Good morning, students. Student ਆਪਾਂ chapter number 4 book number 1 ਦਾ new lesson ਕਰਾਂਗੇ thinker believe and building culture development 600 BC to 600 CE. In this chapter we shall go on a long journey across the 1000 years to read about philosophers and their attempt to understand the world they inhabited. We will also see how their ideas were completed as oral and written texts as well as expressed architecture and sculptures. These are indicative of the enduring influence this thinker had on people. While we will be focusing on Buddhism, ਸਟੂਡੈਂਟ ਕਹਿੰਦੇ ਕਿ ਇਸ ਚੈਪਟਰ ਦੇ ਵਿੱਚ ਅਸੀਂ 20,000 ਸਾਲ ਪਹਿਲਾਂ ਦੇ ਫਿਲੋਸਫਰ ਦਾਰਸ਼ਨਿਕ ਚੀਜ਼ਾਂ ਬਾਰੇ ਪੜ੍ਹਾਂਗੇ। ਕਿਵੇਂ ਨਿਊ ਆਈਡੀਆਸ ਆਏ ਸੀਗੇ, ਨਿਊ ਧਰਮ ਜਿਹੜੇ ਇੱਕ ਨਵੇਂ ਰਿਲੀਜੀਅਸ ਧਰਮ ਆਏ ਸੀਗੇ, ਕਿਵੇਂ ਆਪਣੇ ਵਿਚਾਰਧਾਰਾ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਔਰ ਕਿਵੇਂ ਮਤਲਬ ਉਹਨਾਂ ਨੇ ਆਪਣੇ ਟੈਕਸਟ ਲਿਖੇ ਸੀਗੇ, ਉਹਨਾਂ ਤੋਂ ਆਪਾਂ ਕਿਵੇਂ ਉਹਨਾਂ ਦੇ ਬਾਰੇ ਆਪਾਂ ਪੜ੍ਹਨਾ ਆ, ਕਿਵੇਂ ਪ੍ਰਭਾਵਿਤ ਹੋਏ ਸੀਗੇ, ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਅੱਜ ਸਾਨੂੰ ਮਿਲਦੀਆਂ ਆ ਉਹਨਾਂ ਫਿਲੋਸਫਰਾਂ ਦੀਆਂ। ਔਰ ਜ਼ਿਆਦਾ ਇਸ ਚੈਪਟਰ ਦੇ ਵਿੱਚ ਆਪਾਂ ਫੋਕਸ ਕਰਨਾ ਬੁੱਧੀਜ਼ਮ ਬਾਰੇ। ਸੋ ਇਸ ਚੈਪਟਰ ਦੇ ਵਿੱਚ ਆਪਾਂ ਟੂ ਰਿਲੀਜੀਅਸ ਜਿਹੜੇ ਨਵੇਂ ਧਰਮ ਸੀਗੇ ਜਾਂ ਅਲੱਗ ਸੋਚ ਸੀਗੇ ਉਹਨਾਂ ਬਾਰੇ ਪੜ੍ਹਾਂਗੇ, ਜਿਹਦੇ ਵਿੱਚ ਬੁੱਧੀਜ਼ਮ ਸੀਗੇ, ਜੈਨਿਜ਼ਮ ਸੀਗੇ। ਇਹ ਦੋ ਨਵੇਂ ਧਰਮ ਸੀ। ਪਹਿਲਾਂ ਸਿਰਫ ਇੰਡੀਆ ਦੇ ਵਿੱਚ ਹਿੰਦੂਇਜ਼ਮ ਹੀ ਜਿਹੜਾ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਸੀਗਾ ਜਾਂ ਜ਼ਿਆਦਾ ਪ੍ਰਭਾਵ ਸੀਗਾ, ਪਰ ਬਾਅਦ ਵਿੱਚ ਦੋ ਨਵੇਂ ਧਰਮ ਆਏ ਜਿਹਦੇ ਵਿੱਚ ਜੈਨਿਜ਼ਮ ਔਰ ਬੁੱਧੀਜ਼ਮ ਸੀਗੇ। The source that historians use to reconstruct an external world of idea belief in include Buddhist, Jain and Brahminical texts as well as large impressive body of material remains including monuments and inscriptions. Among the best preserved monuments of the time in the stupa Sanchi, which is the major focus in this chapter. Historians ਕਾਫੀ ਸੋਰਸ ਮਿਲੇ ਜਿਨ੍ਹਾਂ ਵਿੱਚ ਬੁੱਧਿਸਟ, ਜੈਨ ਦੇ ਬ੍ਰਾਹਮਣਿਕਲ ਟੈਕਸਟ ਵੀ ਸੀਗੇ, ਕਿਤਾਬਾਂ ਸੀਗੀਆਂ ਉਹਨਾਂ ਦੀਆਂ ਔਰ ਬੋਡੀ ਮਟੀਰੀਅਲ ਮੇਜ਼ ਮਿਲੇ ਜਿਹਦੇ ਵਿੱਚ ਮੋਨੂਮੈਂਟਸ ਇਨਸਕ੍ਰਿਪਸ਼ਨ ਸ਼ਿਲਾਲੇਖ ਮਿਲੇ ਔਰ ਉਹਨਾਂ ਦੇ ਦੁਆਰਾ ਜਿਹੜੀ ਆਰਕੀਟੈਕਚਰ ਸਟਾਈਲ ਸੀਗੇ ਬਣਾਏ ਗਏ ਉਹ ਮਿਲੇ। ਔਰ ਜ਼ਿਆਦਾ ਆਪਾਂ ਫੋਕਸ ਕਰਨਾ ਚੈਪਟਰ ਦੇ ਵਿੱਚ ਦੋ ਮਿਲੇ ਸੀਗੇ ਜੋ ਬੁੱਧੀਜ਼ਮ ਦੇ ਨਾਲ ਰਿਲੇਟਡ ਸੀ, ਸਾਂਚੀ ਔਰ ਦੂਸਰਾ ਸੀ ਅਮਰਾਵਤੀ ਸਤੂਪਾਸ। Nineteenth century Europeans were very interested in stupa at Sanchi. In fact, the French sought Shahjahan Begum permission to take away the eastern gateway, which was the best preserved to displaying the museum in France. For a while, some Englishmen also wanted to be same, but fortunately both the French and English were satisfied. The carefully prepared plaster cast copies and the original remained at the site part of the Bhopal state. 19th century ਦੇ ਵਿੱਚ ਕੁਝ ਯੂਰਪੀਅਨ ਲੋਕ ਕਾਫੀ ਇੰਟਰਸਟਡ ਸੀਗੇ ਸਾਂਚੀ ਸਤੂਪਾ ਨੂੰ ਲੈ ਕੇ। ਫਰੈਂਚ ਦੇ ਜਿਹੜੇ ਲੋਕ ਸੀਗੇ, ਸ਼ਾਹਜਹਾਨ ਬੇਗਮ ਜੋ ਕਿ ਭੋਪਾਲ ਦੀ ਰਾਣੀ ਸੀ, ਉਹ ਤੋਂ ਪਰਮਿਸ਼ਨ ਲੈ ਕੇ ਸਾਂਚੀ ਦਾ ਦੌਰਾ ਕੀਤਾ ਉਹਨਾਂ ਨੇ। ਸਾਂਚੀ ਦੇ ਵਿੱਚ ਜਿਹੜੇ ਉਹਨਾਂ ਨੂੰ ਚੀਜ਼ਾਂ ਮਿਲੀਆਂ ਹੋਈਆਂ ਸੀਗੀਆਂ ਉਹਨਾਂ ਨੇ ਉਸ ਦੀ ਫੋਟੋਕਾਪੀ ਜਿਹੜੀ ਲਗਾ ਕੇ ਪਲਾਸਟਿਕ ਦੀ ਚੀਜ਼ ਬਣਾ ਕੇ ਆਪਣੇ ਫਰਾਂਸ ਦੇ ਮਿਊਜ਼ੀਅਮ ਵਿੱਚ ਰੱਖੀਆਂ। ਔਰ ਬਾਅਦ ਵਿੱਚ ਇੰਗਲਿਸ਼ਮੈਨ ਬ੍ਰਿਟਿਸ਼ ਇੰਗਲੈਂਡ ਵਾਲੇ ਵੀ ਇਸ ਸੇਮ ਚੀਜ਼ ਕਰਨਾ ਚਾਹੁੰਦੇ ਸੀਗੇ ਜੋ ਫਰਾਂਸ ਦੇ ਲੋਕਾਂ ਨੇ ਕੀਤਾ। ਔਰ ਦੋਵਾਂ ਕੰਟਰੀਆਂ ਨੇ ਕੀ ਕੀਤਾ ਕਿ ਜਿਹੜੀ ਭੋਪਾਲ ਦੇ ਵਿੱਚ ਸਾਂਚੀ ਦੀ ਜਿਹੜੀ ਚੀਜ਼ਾਂ ਮਿਲੀਆਂ ਸੀਗੀਆਂ ਇਹਦੀ ਫੋਟੋਕਾਪੀ ਬਣਾ ਕੇ ਪਲਾਸਟਿਕ ਦੀਆਂ ਆਪਣੇ ਮਿਊਜ਼ੀਅਮ ਦੇ ਵਿੱਚ ਲਗਾਈਆਂ। The ruler of Bhopal, Shahjahan Begum and his successor Sultan Jahan Begum provide money of the preservation ancient site. ਭੋਪਾਲ ਦੀ ਰੂਲਰ
भोपाल की रानी शाहजहान बेगम और सुल्तान जहन बेगम ने काफ़ी पैसा दिता सीगा सांची ਨੂੰ ਦੁਬਾਰਾ ਰਿਕਨਸਟਰਕਸ਼ਨ ਕਰਨ ਦੇ ਲਈ। No wonder that John Marshall dedicated as his important volume of on Sanchi to Sultan Jahan. He founded the museum that was built there as well as guest house where he lived and wrote the volumes. John Marshall जिसने कि शाहजहान बेगम ਦੇ ਸਬੰਧ ਵਿੱਚ ਕਾफ़ੀ ਕਿਤਾਬਾਂ ਲਿਖੀਆਂ, ਸਾਂਚੀ ਸਤੂਪਾ 'ਤੇ ਕਾफ़ੀ ਕਿਤਾਬਾਂ ਲਿਖੀਆਂ ਔਰ ਉਸਨੇ ਸ਼ਾਹਜਹਾਨ ਬੇਗਮ ਬਾਰੇ ਵੀ ਕਾफ़ੀ ਕੁਝ ਲਿਖਿਆ। ਕਾफ़ੀ ਵੋਲੀਅਮ ਦੇ ਵਿੱਚ ਪਾਰਟ ਦੇ ਵਿੱਚ ਉਹਨੇ ਕਿਤਾਬਾਂ ਲਿਖੀਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਸ਼ਾਹਜਹਾਨ ਬੇਗਮ ਦਾ ਜ਼ਿਕਰ ਕੀਤਾ ਸੀਗਾ ਔਰ ਉਹਨਾਂ ਨੇ ਦੱਸਿਆ ਉਹ ਉਹਨਾਂ ਦੇ ਗੈਸਟ ਹਾਊਸ ਦੇ ਵਿੱਚ ਰਿਹਾ, ਭੋਪਾਲ ਦੇ ਗੈਸਟ ਹਾਊਸ ਦੇ ਵਿੱਚ ਰਿਹਾ ਔਰ ਉੱਥੇ ਉਹਨਾਂ ਨੇ ਕਾफ़ੀ ਕਿਤਾਬਾਂ ਲਿਖੀਆਂ। So it was cheaper, complex and survived it a small museum and were wise decision and good looking as breaking the ice of real constructor. Looking for find and carry away in the Museum of Europe, one of the most important Buddhist center. ਸਾਂਚੀ ਸਤੂਪਾ ਜੋ ਯੂਰਪ ਦੇ ਮਿਊਜ਼ੀਅਮ ਦੇ ਵਿੱਚ ਕਾफ़ੀ ਚੀਜ਼ਾਂ ਲਗਾਈਆਂ ਸੀਗੀਆਂ। ਕਹਿੰਦੇ ਕਿ ਜਿਹੜਾ ਸਾਂਚੀ ਸਤੂਪਾ ਸੀਗਾ ਬੁੱਧੀਜ਼ਮ ਦਾ ਇੱਕ ਸੈਂਟਰ ਮੰਨਿਆ ਜਾਂਦਾ ਸੀਗਾ, ਇੰਪੋਰਟੈਂਟ ਸੈਂਟਰ ਮੰਨਿਆ ਜਾਂਦਾ ਸੀਗਾ। ਡਿਸਕਵਰੀ ਸਾਂਚੀ ਵਾਸ ਵਾਸਟਲੀ ਟਰਾਂਸਫਾਰਮ ਆਵਰ ਅੰਡਰਸਟੈਂਡਿੰਗ ਈਜ਼ਲੀ ਅਰਲੀ ਬੁੱਧੀਜ਼ਮ ਨੂੰ ਸਮਝਣ ਦੇ ਲਈ ਸਾਂਚੀ ਸਤੂਪਾ ਇੱਕ ਕਹਿ ਸਕਦੇ ਕਿ ਸੋਰਸ ਵਜੋਂ ਕੰਮ ਆਇਆ। ਟੂਡੇ ਇਟ ਸਟੈਂਡ ਟੈਸਟਮੋਨ ਸਕਸੈਸਫੁਲ ਰਜਿਸਟ੍ਰੇਸ਼ਨ ਪ੍ਰੀਜ਼ਰਵੇਸ਼ਨ ਐਂਡ ਕੀ ਐਕਨੋਲੋਜੀ ਸਾਈਟ ਬਾਏ ਦਾ ਐਕਨੋਲੋਜੀ ਸਰਵੇ ਆਫ ਇੰਡੀਆ। ਸਾਂਚੀ ਸਤੂਪਾ ਜਿਹੜਾ ਆ ਬੁੱਧੀਜ਼ਮ ਦਾ ਇੱਕ ਇੰਪੋਰਟੈਂਟ ਸੋਰਸ ਮੰਨਿਆ ਜਾਂਦਾ ਹੈ। ਇਕਨੋਲੋਜਿਸਟ ਇਹਦੇ ਦੇ ਆਧਾਰ 'ਤੇ ਕਾफ़ੀ ਜਿਹੜੀਆਂ ਖੋਜਾਂ ਹੋਰ ਕੀਤੀਆਂ। ਸੋ ਜਿਹੜਾ ਆਪਣਾ ਨੈਕਸਟ ਟੂ the background, sacrifice and debate. The mid-first millennium BCE often regarded as a turning point in the world history. It saw the emergency thinkers such as the Zarathustra in Iran, Kongzi in China, Socrates, Plato, and Aristotle in Greece, and Mahavira and Gautam Buddha among many other in India. ਕਹਿੰਦੇ ਕਿ ਫਸਟ BC ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੋਇਆ ਵਰਲਡ ਹਿਸਟਰੀ ਦੇ ਵਿੱਚ ਜਦੋਂ ਕਾफ़ੀ ਜਿਹੜੇ ਥਿੰਕਰਸ ਇੱਕ ਰਹੱਸਮਈ ਚੀਜ਼ਾਂ ਨੂੰ ਸਮਝਣ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਵਿੱਚੋਂ ਜ਼ਰਾਥੂਸਤਰਾ ਈਰਾਨ ਦੇ ਵਿੱਚ, ਕੌਂਗਜ਼ੀ ਜੋ ਚਾਈਨਾ ਦੇ ਵਿੱਚ, ਸੁਕਰਾਤ ਜਿਹਨੂੰ ਕਿਹਾ ਜਾਂਦਾ ਆ ਔਰ ਪਲਾਟੋ ਅਰਸਤੂਸ ਜਿਹੜੇ ਸੀਗੇ ਗ੍ਰੀਸ ਦੇ ਵਿੱਚ ਹੋਏ। ਉਸੇ ਤਰੀਕੇ ਨਾਲ ਮਹਾਵੀਰ ਔਰ ਗੌਤਮ ਬੁੱਧਾ ਜੋ ਇੰਡੀਆ ਦੇ ਸੀ ਔਰ ਇਹਨਾਂ ਤੋਂ ਇਲਾਵਾ ਵੀ ਕਾफ़ੀ ਸੀਗੇ। ਦੇ ਟਰਾਈ ਟੂ ਅੰਡਰਸਟੈਂਡ ਦ ਮਿਸਟਰੀਜ਼ ਐਂਡ ਐਕਸਟੈਂਸ਼ਨ ਐਂਡ ਦ ਰਿਲੇਸ਼ਨਸ਼ਿਪ ਬਿਟਵੀਨ ਹਿਊਮਨ ਬੀਇੰਗ ਇਨ ਦ ਕੌਸਮਿਕ ਆਰਡਰ। ਇਹ ਜਿਹੜੇ ਲੋਕ ਸੀਗੇ ਇਹਨਾਂ ਨੇ ਕਾफ़ੀ ਜਿਹੜੀਆਂ ਰਹੱਸਮਈ ਚੀਜ਼ਾਂ ਸੀਗੀਆਂ ਜਾਂ ਹਿਊਮਨ ਦੀ ਰਿਲੇਸ਼ਨਸ਼ਿਪ ਦੀ ਗੱਲ ਕਰ ਲਓ, ਕਾफ़ੀ ਜਿਹੜੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ। ਕਾफ़ੀ ਜਿਹੜੇ ਚੀਜ਼ਾਂ ਤੋਂ ਲੋਕ ਅਣਜਾਣ ਸੀਗੇ ਉਹਨਾਂ ਚੀਜ਼ਾਂ ਨੂੰ ਸਮਝਿਆ ਔਰ ਲੋਕਾਂ ਨੂੰ ਵੀ ਦੱਸਿਆ। This was also time when new kingdom and cities were developing, social economy life was changing, a variety of the way in Ganga Valley. This thinker had the temper to understand this development as well. ਜਿਸ ਸਮੇਂ ਕਹਿੰਦੇ ਕਿ ਮਤਲਬ ਇਹਨਾਂ ਦਾ ਜਨਮ ਹੋਇਆ ਜਾਂ ਆਏ ਸੀਗੇ ਉਸ ਸਮੇਂ ਨਿਊ ਕਿੰਗਡਮ ਔਰ ਸਿਟੀ ਜਿਹੜੇ ਡਿਵੈਲਪਿੰਗ ਹੋ ਰਹੀਆਂ ਸੀਗੀਆਂ, ਸੋਸ਼ਲ ਇਕਨੋਮਿਕ ਲਾਈਫ ਜਿਹੜੀ ਚੇਂਜ ਹੋ ਰਹੀ ਸੀਗੀ। ਗੰਗਾ ਵੈਲੀ ਜਿਹੜੀ ਗੰਗਾ ਨਦੀ ਸੀਗੀ ਇਸ ਦੇ ਇਲਾਕੇ ਕਾफ़ੀ ਜਿਹੜੇ ਨਵੇਂ ਸਿਟੀ ਜਿਹੜੀਆਂ ਡਿਵੈਲਪ ਹੋ ਰਹੀਆਂ ਸੀਗੀਆਂ। ਨੈਕਸਟ ਆ 2.2 ਨਿਊ ਕੁਐਸਚਨਸ। Sorry students, 2.1 the sacrificial tradition। ਯੱਜ ਜਿਹਨੂੰ ਕਹਿੰਦੇ ਆ ਬ੍ਰਾਹਮਣ ਦੇ ਵਿੱਚ
ਯੱਜ ਕਰਨਾ, ਹਵਨ ਕਰਨਾ। There was several pre-existing tradition of thought, religion, belief, and practice, including the early Vedic tradition, known from the Rig Veda, compiled between 15,000 BC and 100 BCE. The Rig Veda considers humans and price of the variety of dies, especially Agni, Indra, and Soma. Many of these humans were chanted and sacrificed for performance, where people prayed cattle, sun, good health, long life. Astras ਕਹਿੰਦੇ ਕਿ 1500 ਔਰ 1000 BC ਦੇ ਦਰਮਿਆਨ ਜਿਹੜੇ ਲੋਕ ਸੀਗੇ ਕਾਫੀ ਯੱਜ ਕਰਵਾਉਂਦੇ ਸੀਗੇ। ਇਹ ਸਾਨੂੰ ਜਿਹੜੀ ਜਾਣਕਾਰੀ ਹੈ ਰਿਗਵੇਦਾ ਤੋਂ ਮਿਲਦੀ ਹੈ। ਰਿਗਵੇਦਾ ਜਿਹੜਾ ਹਿੰਦੂਆਂ ਦਾ ਗ੍ਰੰਥ ਸੀਗਾ ਉਹ ਤੋਂ ਸਾਨੂੰ ਸਾਰੀ ਜਾਣਕਾਰੀ ਮਿਲਦੀ ਹੈ ਕਿ ਕਿਵੇਂ ਜਿਹੜੇ ਪੁਰਾਣੇ ਲੋਕ ਸੀਗੇ ਯੱਜ ਕਰਵਾਉਂਦੇ ਸੀਗੇ। ਔਰ ਯੱਜ ਕਰਵਾਉਣ ਦਾ ਕਾਰਨ ਹੁੰਦਾ ਸੀਗਾ ਇੱਕ ਵਧੀਆ ਖੇਤੀਬਾੜੀ, ਐਗਰੀਕਲਚਰ, ਪੁੱਤਰ ਦੀ ਪ੍ਰਾਪਤੀ, ਇੱਕ ਵਧੀਆ ਸਿਹਤ, ਲੌਂਗ ਲਾਈਫ, ਲੰਮੇ ਜੀਵਨ ਦੇ ਲਈ ਜਿਹੜੇ ਸੀਗੇ ਪ੍ਰੇਅਰ ਕਰਦੇ ਸੀਗੇ। At the first, sacrifice were performed collectively. Later, some were performed by heads in household for the well-being of the domestic unit. More elaborate sacrifices such as the Rajasuya and Ashwamedha were performed by chief and kings who depended a Brahman's price and conducted the ritual. ਪਹਿਲਾਂ ਜਿਹੜੇ ਯੱਜ ਸੀਗੇ ਉਹ ਇਕੱਠੇ ਹੋ ਕੇ ਕੀਤੇ ਜਾਂਦੇ ਸੀਗੇ, ਪਰ ਹੌਲੀ ਹੌਲੀ ਕਹਿੰਦੇ ਕਿ ਜਿਹੜੇ ਯੱਜ ਆ ਉਹ ਘਰ ਦੇ ਵਿੱਚ ਕਰਵਾਏ ਜਾਂਦੇ ਸੀਗੇ। ਔਰ ਜ਼ਿਆਦਾਤਰ ਜਿਹੜੇ ਅਮੀਰ ਲੋਕ ਹੁੰਦੇ ਸੀਗੇ, ਜਿਵੇਂ ਇੱਕ ਰਾਜੇ ਹੁੰਦੇ ਸੀਗੇ ਜਾਂ ਹਾਊਸ ਹੋਲਡਰ ਹੁੰਦੇ ਸੀਗੇ, ਜਿਹੜੇ ਅਮੀਰ ਵਰਗ ਦੇ ਲੋਕ ਸੀਗੇ, ਸਿਰਫ ਉਹ ਹੀ ਯੱਜ ਕਰਵਾ ਪਾਉਂਦੇ ਸੀਗੇ। ਦੋ ਯੱਜ ਦੱਸੇ ਹੋਏ ਆ, ਰਾਜਾ ਸੂਆ ਔਰ ਅਸ਼ਵਮੇਧਾ, ਜਿਹੜੇ ਕਾਫੀ ਮਹਿੰਗੇ ਯੱਜ ਹੁੰਦੇ ਸੀਗੇ ਅਤੇ ਕਾਫੀ ਪੈਸਾ ਖਰਚ ਹੁੰਦਾ ਸੀਗਾ। ਔਰ ਇਹਨਾਂ ਯੱਜਾਂ ਨੂੰ ਕਰਵਾਉਣ ਦੇ ਲਈ ਬ੍ਰਾਹਮਣਾਂ ਦੇ ਉੱਪਰ ਡਿਪੈਂਡ ਰਹਿਣਾ ਪੈਂਦਾ ਸੀਗਾ। स्टूडेंट अपना नेक्स्ट टॉपिक है 2.2 न्यू क्वेश्चन, नवे प्रश्न। मैनी आइडिया फाउंडेड इन द उपनिषद शो दैट पीपल वेयर क्यूरियस अबाउट द मीनिंग ऑफ लाइफ, द पॉसिबिलिटी ऑफ लाइफ आफ्टर डेथ एंड रीबर्थ। Was rebirth due to past action? Such issue were totally debated. Thinkers were concerned of the understanding expressing the nature of ultimately reality, and other outside the Vedic tradition asked whether or not there even was a single ultimate reality. People also began sacrificial tradition. ਨਵੇਂ ਕਹਿੰਦੇ ਉਪਨਿਸ਼ਦ ਦੇ ਆਉਣ ਦੇ ਨਾਲ ਜਿਹੜੇ ਇੱਕ ਨਿਊ ਆਈਡੀਆ, ਕਾਫੀ ਆਈਡੀਆ ਫਾਊਂਡਡ ਹੋਏ, ਔਰ ਜਿਹੜੇ ਲੋਕ ਸੀਗੇ ਆਪਣੇ ਜੀਵਨ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਪਏ। ਔਰ ਉਹਨਾਂ ਦਾ ਮੰਨਣਾ ਸੀਗਾ ਕਿ ਡੈਥ ਤੋਂ ਬਾਅਦ ਸਾਨੂੰ ਇੱਕ ਨਵਾਂ ਜੀਵਨ ਮਿਲਦਾ ਆ। ਔਰ ਕਹਿੰਦੇ ਕਿ ਜਿਹੜਾ ਨਵਾਂ ਜੀਵਨ ਮਿਲਦਾ ਆ, ਪੁਰਾਣੇ ਜੀਵਨ ਨੂੰ ਦੇਖ ਕੇ, ਸਾਡੇ ਪੁਰਾਣੇ ਕਰਮਾਂ ਨੂੰ ਦੇਖ ਕੇ ਸਾਨੂੰ ਨਵਾਂ ਜੀਵਨ ਮਿਲਦਾ ਆ। ਇੱਕ ਨਵੇਂ ਕੁਐਸਚਨ ਆਉਣ ਲੱਗ ਪਏ ਸੀਗੇ ਔਰ ਇਸ ਦੇ ਉੱਪਰ ਕਾਫੀ ਡਿਬੇਟਡ ਹੋਈਆਂ, ਕਾਫੀ ਬਹਿਸ ਹੋਈ। ਥਿੰਕਰ ਮੰਨਦੇ ਸੀਗੇ, ਥਿੰਕਰ ਦਾ ਅੰਡਰਸਟੈਂਡ ਕਰਨਾ ਸੀਗਾ ਕਿ ਇਹ ਚੀਜ਼ਾਂ ਨੇਚਰ ਦੀ ਅਲਟੀਮੇਟਲੀ ਰਿਐਲਿਟੀ ਆ। ਐਂਡ ਅਦਰ ਆਊਟਸਾਈਡ ਦ ਵੈਦਿਕ ਟ੍ਰਡੀਸ਼ਨ ਆਸਕ ਦ ਵੈਦਰ ਔਰ ਨਾਟ ਦੇਅਰ ਈਵਨ ਵਾਸ ਸਿੰਗਲ ਅਲਟੀਮੇਟਲੀ ਰਿਐਲਿਟੀ। ਔਰ ਵੈਦਿਕ ਟ੍ਰਡੀਸ਼ਨ ਦੇ ਅਨੁਸਾਰ ਜਿਹੜੀ ਕਿ ਚੀਜ਼ ਅਲਟੀਮੇਟਲੀ ਰਿਐਲਿਟੀ ਨਹੀਂ ਆ। ਪੀਪਲ ਆਲਸੋ ਬਿਗਨ ਸੈਕਰੀਫਿਸ਼ੀਅਲ ਟ੍ਰਡੀਸ਼ਨ, ਔਰ ਪੀਪਲ ਵੀ ਜਿਹੜੇ ਅੱਜ ਕਰਵਾਏ ਜਾਂਦੇ ਆ, ਇਹਦੇ ਉੱਪਰ ਵੀ ਉਹਨਾਂ ਦੀ ਸੋਚ ਜਿਹੜੀ ਕੀ ਸੀਗੀ। ਮਤਲਬ ਹੁਣ ਜਿਹਦੇ ਵਿੱਚ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜੇ ਅਮੀਰ ਲੋਕ ਹੀ ਉਹਨੂੰ ਕਰਵਾ ਸਕਦੇ ਸੀਗੇ। ਮੰਨਿਆ ਜਾਂਦਾ ਸੀ ਕਿ ਅਮੀਰ ਲੋਕ ਹੀ ਜਿਹੜੇ ਮਤਲਬ ਕਿ ਜਾ ਸਕਦੇ ਆ, ਮਤਲਬ ਉਹਨਾਂ ਨੂੰ ਵਧੀਆ ਜੀਵਨ ਮਿਲ ਸਕਦਾ, ਗਰੀਬ ਨੂੰ ਕਿਉਂ ਨਹੀਂ ਮਿਲ ਸਕਦਾ। ਇਹ ਚੀਜ਼ਾਂ ਜਿਹੜੇ ਨਵੇਂ ਨਿਊ ਕੁਐਸਚਨ ਦੇ ਵਿੱਚ ਨਵੇਂ ਜਿਹੜੇ ਸਵਾਲ ਪੈਦਾ ਹੋ ਰਹੇ ਸੀਗੇ ਉਸ ਸਮੇਂ।